ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਨਾਮ ਨਿਧਾਨ ਅਪਾਰ, ਭਗਤਾ ਮਨ ਵਸੈ। ਜਨਮ ਮਰਨ ਮੋਹ ਦੁਖ, ਸਾਧੂ ਸੰਗ ਨਸੈ। ਰਹਾਉ ਮੋਹਿ ਬਾਦ ਅਹੰਕਾਰ, ਸਰ ਪਰ ਰੁੰਨਿਆ। ਸੁਖ ਨਾ ਪਾਇਨ ਮੂਲ, ਨਾਮ ਬਿਛੁੰਨਿਆ। ਮੇਰੀ ਮੇਰੀ ਧਾਰ, ਬੰਧਨ ਬੰਧਿਆ। ਨਰਕ ਸੁਰਗ ਅਵਤਾਰ, ਮਾਇਆ ਧੰਤਿਆ। ਸੋਧਤ ਸੋਧਤ ਸੋਧ, ਤਤ ਵਿਚਾਰਿਆ। ਨਾਮ ਬਿਨਾ ਸੁਖ ਨਾਹੀ, ਸਰ ਪਰ ਹਾਰਿਆ। ਆਵਹਿ ਜਾਹਿ ਅਨੇਕ, ਮਰ ਮਰ ਜਨਮ ਤੇ। ਬਿਨ ਬੂਝੇ ਸਭ ਬਾਦ, ਜੋਨੀ ਭਰਮ ਤੇ। ਜਿਨ ਕੋ ਭਏ ਦਇਆਲ, ਤਿਨ ਸਾਧੂ ਸੰਗ ਭਇਆ। ਅੰਮ੍ਰਿਤ ਹਰਿ ਕਾ ਨਾਮ, ਤਿਨੀ ਜਨੀ ਜਪ ਲਿਆ। ਖੋਜਹਿ ਕੋਟ ਅਸੰਖ, ਬਹੁਤ ਅਨੰਤ ਕੀ। ਜਿਸ ਬੁਝਾਏ ਆਪ, ਨੇੜਾ ਤਿਸ ਹੀ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੁ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੁ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੁ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ, ਜੁਗੋ ਜੁਗ ਅਟਲ,
ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਮਹੀਨੇ ਦੀ ਤਰ੍ਹਾਂ ਜੋ ਕੱਤਕ ਮਹੀਨੇ ਦੀ ਸੰਗਰਾਂਦ, ਜੋ ਆਪਾਂ ਨਗਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ, ਪੰਥ ਦੇ ਚੜ੍ਹਦੀ ਕਲਾ ਦੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕਰਕੇ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਕੀਤੇ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਜੋ ਮਹਾਰਾਜ ਜੀ ਨੇ ਇਹ ਮੇਰਾ ਕੀਤੀਆਂ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ। ਇਸ ਅਖੰਡ ਪਾਠ ਦੇ ਦੌਰਾਨ ਸਰਬੱਤ ਨਗਰ ਨਿਵਾਸੀ ਸੰਗਤਾਂ ਨੇ, ਮਾਈ ਭਾਈ, ਗੁਰਸਿੱਖ, ਬੱਚੇ ਬੱਚੀਆਂ ਸਭ ਨੇ ਬਹੁਤ ਸੇਵਾ ਕੀਤੀ ਹੈ। ਔਰ ਨਗਰ ਭਾਗਾਂ ਵਾਲਾ ਹੈ ਜਿਨ੍ਹਾਂ ਨੂੰ ਇਹ ਸੇਵਾ ਕਰਨ ਦਾ ਮਹਾਰਾਜ ਸਮਾਂ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਪਾਤਸ਼ਾਹ ਨੇ ਜੋ ਸਮਾਪਤੀ ਤੇ ਪੰਚਮ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ 12 ਮਹਾਂ ਦਾ ਪਾਠ ਸਰਵਣ ਕੀਤਾ, ਜੋ ਮਹਾਰਾਜ ਨੇ ਇਸ ਪ੍ਰਥਾਏ ਉਪਦੇਸ਼ ਬਖਸ਼ਿਆ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। 12 ਮਹਾਂ ਦੀ ਆਰੰਭਤਾ ਵੀ ਮਹਾਰਾਜ ਇਸੇ ਭਾਵ ਤੋਂ ਕਰਦੇ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੁਝ ਪਾਪ ਕਰਮ ਜਿਨ੍ਹਾਂ ਦੁਆਰਾ ਇਹ ਜੀਵ ਪਰਮੇਸ਼ਰ ਤੋਂ ਵਿਛੜ ਜਾਂਦਾ ਹੈ, ਫਿਰ ਸ਼ੁਭ ਕਰਮ ਪੁੰਨ ਕਰਮ ਨੇ ਜਿਨ੍ਹਾਂ ਦੁਆਰਾ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ। ਅਸੀਂ ਵਿਛੜੇ ਹਾਂ ਤਾਂ ਆਪਣੇ ਕਰਮਾਂ ਕਰਕੇ, ਕਿਸੇ ਤੇ ਹੋਰ ਦੋਸ਼ ਨਹੀਂ। ਫਿਰ ਇਹ ਮਨੁੱਖ ਜਨਮ ਸਾਨੂੰ ਸ਼ੁਭ ਕਰਮ ਕਰਨ ਦੇ ਵਾਸਤੇ ਮਹਾਰਾਜ ਕਹਿੰਦੇ ਭਾਈ ਮਿਲਿਆ, ਅਗਰ ਇਹਦੇ ਵਿੱਚ ਮਾੜਾ ਕਰਮ ਕਰੇਗਾ ਤਾਂ ਉਸ ਮਾੜੇ ਕਰਮ ਦਾ ਫਲ ਮਾੜਾ ਭੋਗਣਾ ਪਊ। ਚੰਗੇ ਕਰਮ ਦਾ ਜਿਹੜਾ ਫਲ ਹੈ ਉਹ ਚੰਗਾ ਸੁੱਖ ਰੂਪ ਹੋਵੇਗਾ। 10ਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੋ ਜੇ ਕੋਈ ਕਰਮ ਕਰਦਾ ਇਹੋ ਜਿਹਾ ਦੁਨੀਆ 'ਚ ਨਾਮ ਪੈ ਜਾਂਦਾ। ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਕੁਕ੍ਰਿਤ ਕਰਮ ਜੇ ਜਗ ਮੈਂ ਕਰਈ, ਨਾਮ ਅਸੁਰ ਤਿਨ ਕੋ ਸਭ ਤਰਹੀ। ਤੋ ਇਸ ਤਰ੍ਹਾਂ ਸ਼ੁਭ ਕਰਮ ਕਰਨੇ ਹੈ। ਮਨੁੱਖੀ ਸਰੀਰ ਕਰਮ ਜੂਨੀ ਹੈ। ਜਿਵੇਂ ਪਸ਼ੂ ਪੰਛੀ ਉਹ ਭੋਗ ਜੂਨਾਂ ਨੇ, ਤੇ ਮਨੁੱਖ ਕਰਮ ਜੂਨੀ, ਇਸੇ ਕਰਕੇ ਨੂੰ ਪਰਮੇਸ਼ਰ ਦੇ ਨੇੜੇ ਕਿਹਾ। ਫਿਰ ਗੁਰਮੁਖੋ ਜਿਹੜੇ ਚੰਗੇ ਕਰਮ ਨੇ ਉਹ ਚੰਗਾ ਬੀਜ ਹੈ, ਮਾੜੇ ਕਰਮ ਮਾੜਾ ਬੀਜ ਹੈ। ਕਈ ਵਾਰ ਬੀਜ ਚੰਗਾ ਹੁੰਦਾ, ਧਰਤੀ ਚੰਗੀ ਨਹੀਂ ਹੈ। ਬੀਜ ਬਹੁਤ ਚੰਗਾ ਸੀ, ਕਲਰੀ ਧਰਤੀ 'ਚ ਪੈ ਗਿਆ, ਉਹ ਵੀ ਫਲ ਨਹੀਂ ਦਿੰਦਾ। ਬੀਜ ਮਾੜਾ ਹੈ, ਧਰਤੀ ਚੰਗੀ ਹੈ, ਫਿਰ ਵੀ ਫਲ ਨਹੀਂ ਦਿੰਦਾ। ਧਰਤੀ ਹੈ ਸਾਡੀ ਨੀਅਤ ਤੇ ਬੀਜ ਨੇ ਸਾਡੇ ਕਰਮ। ਜੇ ਗੁਰਮੁਖੋ ਕਈ ਵਾਰ ਕਰਮ ਚੰਗਾ ਹੁੰਦਾ ਪਰ ਪਿੱਛੇ ਨੀਅਤ ਮਾੜੀ ਹੈ। ਜਿਵੇਂ ਪਰਉਪਕਾਰ ਕਰਨਾ, ਪੁੰਨ ਕਰਨਾ ਕਰਮ ਤੇ ਚੰਗਾ ਹੈ, ਪਰ ਅਗਰ ਪਿੱਛੇ ਨੀਤ ਮਾੜੀ ਹੋਵੇ
ਪਿੱਛੇ ਭਾਵਨਾ ਗਲਤ ਹੋਵੇ, ਸਮਝੋ ਬੀਜ ਚੰਗਾ ਸੀ, ਕਲਰੀ ਧਰਤੀ 'ਚ ਪੈ ਗਿਆ। ਅਗਰ ਬੀਜ ਮਾੜਾ ਹੈ, ਨੀਤ ਚੰਗੀ ਹੈ, ਫਿਰ ਵੀ ਉਹ ਫਲੀ ਭੂਤ ਨਹੀਂ ਹੁੰਦਾ। ਤਾਂ ਪੰਡਿਤ ਗੁਲਾਬ ਸਿੰਘ ਜੀ ਨੇ ਮੋਕਸ਼ ਪੰਥ ਨਾਮੇ ਗ੍ਰੰਥ ਵਿੱਚ ਇਹ ਗੱਲ ਲਿਖੀ, ਕਹਿੰਦੇ ਪਾਪ ਕਰਮ ਹੈ ਲੋਹ ਕੀ ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ ਨਿਸ਼ਚੇ ਲੇਹੋ ਪਛਾਨ। ਫਿਰ ਉੱਥੇ ਗੁਰਮੁਖੋ ਇਹ ਬੇੜੀ ਬਣ ਜਾਂਦੀ ਹੈ ਪਾਪ ਲੋਹੇ ਦੀ ਔਰ ਪੁੰਨ ਸਵਰਨ ਦੀ, ਬੰਧਨ ਰੂਪ ਹੋ ਗਏ। ਹੁਣ ਸ਼ੁਭ ਕਰਮ ਕਰਨਾ ਹੈ, ਜਿਵੇਂ ਆਪਾਂ ਕਰਮ ਤੇ ਚੰਗਾ ਕੀਤਾ, ਮੱਥਾ ਟੇਕਣਾ ਬਹੁਤ ਚੰਗਾ ਕਰਮ ਹੈ। ਮਹਾਰਾਜ ਕਹਿੰਦੇ ਸੀਸ ਨਿਵਾਇਆ ਕਿਆ ਥੀਆ ਜਾ ਰਿਦੇ ਕੋ ਸੁਧੇ ਜਾਏ। ਇਹ ਕਰਮ ਹੈ ਤੇ ਸਰੀਰ ਧਰਤੀ ਹੈ, ਕਰਮ ਬੀਜ ਹੈ। ਫਿਰ ਇਹ ਹੈ ਕਿ ਜਿਹੋ ਜਿਹਾ ਕਰਮ ਕਰਾਂਗੇ, ਧਰਤੀ ਵਿੱਚ ਜਿਹੜਾ ਬੀਜ ਬੀਜਿਆ ਉਹਨੇ ਸਮੇਂ ਨਾਲ ਉੱਗਣਾ। ਉਹ ਭਾਵੇਂ ਸਿੱਧਾ ਬੀਜ ਦਿਓ, ਭਾਵੇਂ ਪੁੱਠਾ ਬੀਜ ਦਿਓ, ਸਿੱਧਾ ਪੁੱਠਾ ਉਗਵੈ ਬੀਜ ਪੜੈ ਜੋ ਖੇਤ। ਤੇ ਅੱਗੇ ਜਿਸ ਤਰ੍ਹਾਂ ਦਾ ਬੀਜ ਬੀਜਿਆ, ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਜਿਹੋ ਜਿਹੇ ਬੀਜ ਬੀਜੇ ਹੋਏ ਜੇ ਗੁਰਮੁਖੋ ਆਪਾਂ ਨੂੰ ਵੱਢਣੇ ਪੈਂਦੇ ਆ। ਜੋ ਕਿਛ ਲੇਖ ਲਿਖਿਓ ਬਿਦਨਾ ਸੋ ਪਾਈਅਤ ਮਿਸਰ ਜੋ ਸ਼ੰਕ ਨਿਵਾਰੇ, ਦਸਮ ਪਾਤਸ਼ਾਹ ਜੀ ਨੇ ਕਿਹਾ। ਤੋ ਮਹਾਰਾਜ ਜੀ ਕਰਮ ਨੂੰ ਭਾਵੇਂ ਗੁਰੂ ਘਰ ਦੇ ਵਿੱਚ ਮਾਨਤਾ ਤਾਂ ਹੈ, ਪਰ ਇਹਨੂੰ ਅਟੁੱਟ ਜਾਂ ਬਲਵਾਨ ਨਹੀਂ ਮੰਨਿਆ, ਬਲ ਵਾਲਾ ਨਹੀਂ ਮੰਨਿਆ। ਇਹ ਕਿਹਾ ਕਿ ਹੈ ਉਹ ਪਰਮੇਸ਼ਰ ਦੇ ਹੁਕਮ 'ਚ ਹੀ। ਜਦੋਂ ਆਪਾਂ ਜੋ ਕਰਮ ਬੀਜਦੇ ਹਾਂ ਉਹੋ ਜਿਹਾ ਫਲ ਮਿਲਦਾ ਹੈ, ਪਰ ਸਤਿਗੁਰੂ ਸਮਰੱਥ ਹੈ, ਗੁਰੂ ਕਿਰਪਾ ਕਰਕੇ ਕਰਮ ਦਾ ਆਭਾਸ ਵੀ ਕਰ ਦਿੰਦਾ। ਆਪਾਂ ਇਤਿਹਾਸ ਪੜ੍ਹਦੇ ਹਾਂ, ਕਿੰਨੇ ਮਾੜੇ ਕਰਮ ਕਰਨ ਵਾਲਿਆਂ ਨੂੰ ਵੀ ਜਦੋਂ ਉਹਨਾਂ ਭੁੱਲ ਬਖਸ਼ਾਈ, ਗੁਰੂ ਚਰਨਾਂ 'ਚ ਆ ਕੇ ਮਹਾਰਾਜ ਨੇ ਬਖਸ਼ਤੇ। ਜਾਂ ਫਿਰ ਉਹਨਾਂ ਦੇ ਜਿਹੜੀਆਂ ਜੂਨਾਂ ਸਾਨੂੰ ਮਹਾਰਾਜ ਨੇ ਕੋਈ ਵਿਧ ਬਣਾ ਕੇ ਕੱਟਤੀਆਂ, ਕਿਸੇ ਦੀਆਂ ਸੁਪਨੇ 'ਚ ਕੱਟਤੀਆਂ, ਕੁਝ ਵੀ ਕੀਤਾ। ਹੁਣ ਇਹ ਜਿਹੜਾ ਕਰਮ ਹੈ ਇਹ ਜ਼ਮੀਨ ਦੇ ਵਿੱਚ ਟਿਕਿਆ ਰਹਿੰਦਾ ਹੈ, ਫਲ ਉਸੇ ਤਰ੍ਹਾਂ ਦਾ ਹੀ ਹੈ। ਪਰਮੇਸ਼ਰ ਵੱਲੋਂ ਕਰਮ ਦਾ ਫਲ ਮਿਲਣਾ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਹੁਣ ਜੇ ਗੁਰਮੁਖੋ ਬੀਜ ਕਿੱਕਰ ਦੀ ਬੀਜੇ ਹੈ ਤੇ ਦਾਖਾਂ ਖਾਣ ਦੀ ਇੱਛਾ ਰੱਖਦਾ, ਦਾਖ ਨਹੀਂ ਖਾ ਸਕਦਾ। ਕੱਤੀ ਉੱਨ ਪਹਿਨਣਾ ਰੇਸ਼ਮ ਚਾਹੁੰਦਾ ਨਹੀਂ। ਜਿਹੋ ਜਿਹੀ ਬੀਜ ਬੀਜੇ ਕਰਮਾ ਸੰਜੜਾ ਇਹ ਖੇਤ, ਇਹਦੇ ਵਿੱਚੋਂ ਉੱਗ ਬਣਨੇ। ਪਰ ਇਹਦੇ ਅੰਦਰ ਦੀ ਖੁਆਇਸ਼ ਕੈਸੀ ਹੈ। ਕਰਮ ਨੇ ਸਰੀਰ ਰਾਹੀਂ ਅਵਸ਼ ਪੈਦਾ ਹੋਣਾ, ਤੇ ਇਹ ਦੁਨੀਆ, ਇਹ ਸਰੀਰ ਕਰਮਾਂ ਦੀ ਧਰਤੀ ਹੈ। ਚੰਗੇ ਮਾੜੇ ਆ ਸਾਡੇ ਅਮਲ, ਇਹ ਬੀਜ ਨੇ। ਤੇ ਇਹਨਾਂ ਨੂੰ 3 ਤਰ੍ਹਾਂ ਦੇ ਕਰਮ ਗ੍ਰੰਥਾਂ ਵਿੱਚ ਲਿਖਿਆ, ਕਿਰਿਆਮਾਨ, ਪ੍ਰਾਰਬਧ ਤੇ ਸੰਚਿਤ। ਕਿਰਿਆਮਾਨ ਜੋ ਕਰ ਰਿਹਾ, ਜੋ ਆਪਣਾ ਫਲ ਦੇ ਰਿਹਾ। ਜਿਹੜਾ ਪ੍ਰਾਰਬਧ ਉਹ ਮੁਤਾਬਕ, ਜਿਹਦੇ ਮੁਤਾਬਕ ਫਲ ਮਿਲ ਰਿਹਾ, ਫਿਰ ਅੱਗੇ ਪਿਛਲੇ ਕਰਮ ਮੁਤਾਬਕ ਜਾਂ ਦੇਹ ਮਿਲ ਗਈ ਸਾਨੂੰ। ਸੰਚਿਤ ਹੈਗਾ ਜਿਹੜੇ ਅਜੇ ਜਮ੍ਹਾਂ ਪਏ ਹੈ ਕੀਤੇ ਹੋਏ, ਉਹਨਾਂ ਨੇ ਫਲ ਦੇਣਾ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ। ਇਤਿਹਾਸ ਵਿੱਚ ਵੀ ਬੜੇ ਪ੍ਰਮਾਣ ਮਿਲਦੇ ਨੇ ਕਿ ਭਾਈ ਤੂੰ ਸੋਚ ਕੇ ਸ਼ੁਭ ਕਰਮ ਕਰ, ਕਰਮ ਕਰਨ ਲੱਗਿਆ ਇਸ ਗੱਲ ਦਾ ਧਿਆਨ ਦੇ ਮੈਂ ਕੀ ਕਰ ਰਿਹਾ। ਫਿਰ ਜਿਹੜੇ ਧਰਮ ਕਰਮ ਨੇ ਕਰਦਿਆਂ ਕਰਦਿਆਂ ਮਾਲਕ ਦੀ ਕਿਰਪਾ ਹੁੰਦੀ ਹੈ, ਨਿਸ਼ਕਾਮਤਾ ਪੈਦਾ ਹੋ ਜਾਂਦੀ ਹੈ। ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਉਦੋਂ ਫਿਰ ਪਵਿੱਤਰ ਧਰਮ ਦੀ ਪ੍ਰਾਪਤੀ ਹੁੰਦੀ ਹੈ। ਨਿਸ਼ਕਾਮ ਕਰਮ ਪਰਮਾਤਮਾ ਦੀ ਪ੍ਰਾਪਤੀ ਕਰਾਉਂਦੇ ਹੈ।
ਤੇ ਕਰਮ ਸ਼ਬਦ ਦੇ ਅਰਥ ਵੱਖਰੇ ਵੱਖਰੇ ਨੇ। ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਅਸੀਂ ਕੰਮ ਕਿਰਤ ਕਰ ਰਹੇ ਹਾਂ ਉਹ ਲਿਖਿਆ। ਤੇ ਜੇ ਆਪਾਂ ਸਤਿਗੁਰੂ ਦੇ ਲੜ ਲੱਗ ਜਾਈਏ, ਜਿਵੇਂ ਸੁਕੇਤ ਮੰਡੀ ਵਾਲੇ ਰਾਜੇ ਦੇ, ਉਹਦੇ ਗੁਰਮੁਖੋ ਜਨਮ ਨੂੰ ਜੋ ਮਹਾਰਾਜ ਬਚਨ ਪੜ੍ਹਦੇ ਸਨ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਉਹਨੇ ਜਦੋਂ ਸੁਣ ਲਿਆ ਸ਼ੰਕਾ ਕੀਤਾ ਵੀ ਫਿਰ ਗੁਰੂ ਕੋਲੇ ਆਉਣ ਦਾ ਕੀ ਫਾਇਦਾ। ਮਹਾਰਾਜ ਨੇ ਖੇਡ ਵਰਤਾਤੀ ਰਾਤ ਨੂੰ ਸੁਪਨੇ ਵਿੱਚ। ਐਸੀ ਖੇਡ ਵਾਪਰੀ, ਉਹ ਐਸੇ ਘਰੇ ਜਨਮ ਲਿਆ, ਭੀਲਾਂ ਦੇ ਵੱਡਾ ਹੋਇਆ, ਬਜ਼ੁਰਗ ਹੋ ਗਿਆ, ਮੌਤ ਹੋ ਗਈ। ਦੂਏ ਦਿਨ ਜਦੋਂ ਸ਼ਿਕਾਰ ਗਏ ਮਹਾਰਾਜ ਨਾਲ, ਉਹੀ ਪਰਿਵਾਰ ਉੱਥੇ ਦਿਸਿਆ। ਤੇ ਉਹ ਸਾਰੀ ਕਥਾ ਆਪ ਜੀ ਅੱਗੇ ਸਰਵਣ ਕਰਦੇ ਹੋ। ਇਹ ਫਿਰ ਮਹਾਰਾਜ ਨੂੰ ਨੇ ਬੇਨਤੀ ਕੀਤੀ ਸੀ, ਮਹਾਰਾਜ ਉਹਨਾਂ ਤੋਂ ਤੇ ਖਹਿੜਾ ਛਡਾ ਲਿਆਂਦਾ, ਪਰ ਇਹ ਜਿਹੜਾ ਪਰਿਵਾਰ ਸੀ ਤਾਂ ਮੈਨੂੰ ਸੁਪਨੇ 'ਚ ਦਿਸਿਆ ਸੀ। ਮਹਾਰਾਜ ਕਹਿੰਦੇ, ਭਾਈ ਰਾਜਾ ਤੂੰ ਸ਼ੰਕਾ ਕਰ ਬੈਠਾ ਸੀ, ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਕਿ ਜਿਹੜਾ ਕਰਤਾਰ ਨੇ ਲਿਖਤਾ ਉਹ ਲੇਖ ਮਿਟਣਾ ਨਹੀਂ। ਤੇਰੇ ਮਨ 'ਚ ਹੋ ਗਈ ਸ਼ੰਕਾ, ਫਿਰ ਗੁਰੂ ਕੋਲੇ ਆਉਣ ਦਾ ਕੀ ਫਾਇਦਾ ਹੋਇਆ। ਭਾਈ ਇਹੀ ਫਾਇਦਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦਰ ਵਿੱਚ ਆਉਣ ਦਾ। ਤੇਰਾ ਜਨਮ ਇਹ ਹੋਣਾ ਸੀ ਤੇ ਤੇਰਾ ਸੁਪਨੇ 'ਚ ਹੀ ਭਗਤਾਤਾ। ਹੁਣ ਤੇਰੀ ਮੁਕਤੀ ਹੈ। ਮਹਾਰਾਜ ਨੇ ਇਹ ਕਿਰਪਾ ਕਰ ਦਿੱਤੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥ ਨੇ ਨਾ, ਜਿਵੇਂ ਇੱਕ ਮਾਈ ਸੁਲੱਖਣੀ ਹੈ ਜਾਂ ਦੇਸਾਂ ਹੈ, ਉਹਨਾਂ ਦਾ ਵੀ ਇਤਿਹਾਸ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਬੇਨਤੀ ਕੀਤੀ ਵੀ ਮਹਾਰਾਜ ਪੁੱਤਰ ਨਹੀਂ ਹੈਗਾ, ਬਖਸ਼ੋ। ਮਹਾਰਾਜ ਕਹਿੰਦੇ ਤੇਰੇ ਭਾਗਾਂ 'ਚ ਨਹੀਂ। ਭਾਈ ਗੁਰਦਾਸ ਜੀ ਦੀ ਸੰਗਤ ਹੋ ਗਈ, ਜਦੋਂ ਰੋਂਦੀ ਜਾਵੇ ਮਹਾਰਾਜ ਦੇ ਦਰ ਤੋਂ ਵਾਪਸ ਮੁੜ ਪਈ। ਭਾਈ ਸਾਹਿਬ ਕਹਿੰਦੇ, ਬੀਬਾ ਰੋਂਦੀ ਕਿਉਂ ਬੱਚੀਏ? ਕਹਿੰਦੀ ਪੁੱਤਰ ਹੈ ਨਹੀਂ, ਮਹਾਰਾਜ ਕੋਲੇ ਆਈ ਸੀ, ਇਹ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਹੈ। ਕਹਿੰਦੇ ਭਾਈ ਸਾਹਿਬ ਕਹਿੰਦੇ ਸੰਗਤ ਨਹੀਂ ਕੀਤੀ ਹੋਣੀ, ਤੂੰ ਮਹਾਰਾਜ ਨੂੰ ਬੇਨਤੀ ਕਰ ਦਿੰਦੀ ਵੀ ਭਾਗਾਂ 'ਚ ਨਹੀਂ ਹੈਗਾ, ਲਿਖ ਦਿਓ, ਗੁਰੂ ਸਮਰੱਥ ਹੈ। ਦੂਸਰੇ ਦਿਨ ਗੁਰਮੁਖੋ ਫਿਰ ਕਿਰਪਾ ਕੀਤੀ ਤੇ ਉਹ ਸਾਹਮਣੇ ਹੋ ਗਈ ਵੀ ਲਿਖਣ ਵਾਲਾ ਵੀ ਤੂੰ ਹੀ ਹੈ। ਸੱਸੀਏ ਦਾੜੀਏ ਚਿੱਟੀਏ ਪੱਗੇ ਅਰਜ ਕਰਿੰਦੀ ਹਾਂ, ਸਤਿਗੁਰ ਅੱਗੇ ਨਾਮ ਸੁਲੱਖਣੀ ਵਸਦੀ ਹਾਂ ਚੱਬੇ। ਆ ਫਲ ਜਾਂਦੀ ਨੂੰ ਇੱਕ ਫਲ ਲੱਭੇ, ਭੇ ਪ੍ਰਸੰਨ ਗੁਰ ਲਿਖਣ ਸੋ ਲਾਗੇ। ਗਹੀ ਕਲਮ ਹੈ ਚਾਲਤ ਆਗੇ, ਕਰਨ ਇਕਾਂਗ ਚਹਿਓ ਕਰ ਹਾਲਾ। ਸਾਤਾ ਲਿਖਿਓ ਗਇਓ ਤਿਸ ਕਾਲਾ। ਤੋ ਏਕਾ ਲਿਖਦੇ ਗੁਰੂ ਦੇ ਹੁਕਮ ਵਿੱਚ ਹੀ ਘੋੜੇ ਨੇ ਹਿਲਚੁਲ ਕਰਤੀ। ਜਿਹੜੀ ਥੱਲਿਓਂ ਘੁੰਡੀ ਬਾਹਰ ਨੂੰ ਮੁੜਨੀ ਸੀ, ਅੰਦਰ ਨੂੰ ਮੁੜ ਗਈ। ਹੈ ਸਭ ਕੁਝ ਪਰਮੇਸ਼ਰ ਦੇ ਹੁਕਮ 'ਚ ਹੀ। ਜਿਹਨੂੰ ਕਿਹਾ ਸੀ ਤੇਰੇ ਭਾਗਾਂ 'ਚ ਨਹੀਂ ਹੈ, ਉਹਨੂੰ 7 ਬਖਸ਼ਤੇ ਮਹਾਰਾਜ ਨੇ। ਪਰ ਬਖਸ਼ੇ ਵੀ ਕਿਉਂਕਿ ਉਹ ਸਮਰੱਥ ਹੈ, ਸਾਨੂੰ ਜਾਂਚ ਆ ਜੇ। ਇਸੇ ਤਰ੍ਹਾਂ ਹੀ ਇੱਕ ਇਹ ਦੇਸਾਂ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਵੀ ਆਈ ਸੀ। ਬਿਨੈ ਕਰਿੰਦੀ ਵੋ ਸਤਿਗੁਰ ਗੋਬਿੰਦ ਸਿੰਘ ਅੱਗੇ, ਸੋਹਣੀ ਦਾੜੀ ਬੀਬੀ ਪੱਗੇ, ਗੋਤ ਵੜਾਏ 'ਚ ਪਿੰਡ ਹੈ ਚੱਬੇ। ਖਾਲੀ ਚੱਲੀ ਜੇ ਇੱਕ ਫਲ ਲੱਗੀ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰ ਬੋਲੇ ਇੱਕ ਸੁਤ ਤੋਹੇ ਦਇਓ, ਕਾਗਜ਼ ਪਿਖਤ ਸਿੱਖ ਲਖ ਲਿਓ। ਮਹਾਰਾਜ ਇਹ ਸਾਤਾ ਭਇਓ, ਮੁਖ ਤੇ ਕਹਿਓ ਏਕ ਸੁਤ ਦਇਓ। ਸੋਨ ਪ੍ਰਭ ਕਹਿਓ ਸਪਤ ਹੀ ਹੋਏ, ਆਏ ਦੂਰ ਤੇ ਜਾਚੋ ਮੋਹੇ। ਲੈ ਕਾਗਤ ਇਸਤਰੀ ਹਰਖਾਈ, ਕਰ ਬੰਧਨ ਕੋ ਸਦਨ ਸਦਾਈ। ਕਹਿਣ ਦਾ ਭਾਵ ਹੈ ਕਿ ਗੁਰਮੁਖੋ ਗੁਰੂ ਸਮਰੱਥ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਪਾਂ ਚਰਨਾਂ ਵਿੱਚ ਆਵਾਂਗੇ। ਜਿਸ ਤਰ੍ਹਾਂ ਦੇ ਕਰਮ ਨੇ, ਮਹਾਰਾਜ ਕਹਿੰਦੇ ਵੀ ਜੋ ਸਾਨੂੰ ਦੁੱਖ ਸੁੱਖ ਮਿਲਦੇ ਆ, ਇਹ ਮਿਲਦੇ ਨੇ ਕਰਮ ਮੁਤਾਬਕ, ਰੱਬੀ ਹੁਕਮ ਦੇ ਵਿੱਚ। ਤੇ ਗੁਰੂ ਦੇ ਚਰਨਾਂ 'ਚ ਆ ਜਾਈਏ, ਗੁਰੂ ਆਪ ਕਿਰਪਾ ਕਰਕੇ ਕਰਮ ਲੇਖ ਮਿਟਾ ਵੀ ਦਿੰਦਾ ਪਿਛਲੇ ਕਰਮਾਂ ਦਾ। ਜਦੋਂ ਆਪਾਂ ਨਾਮ ਜਪਦੇ ਹਾਂ, ਜਿਹੜੇ ਸੰਚਿਤ ਕਰਮ ਹੈ, ਜਿਵੇਂ ਕੋਠੇ 'ਚ ਦਾਣੇ ਪਏ ਹੋਣ, ਕਿਸੇ ਨੇ ਕੋਠੇ ਨੂੰ ਅੱਗ ਲਾਤੀ, ਵਿੱਚੇ ਹੀ ਦਾਣੇ ਮੱਚ ਗਏ ਤੇ ਉਹ ਹੁਣ ਹਰੇ ਤਾਂ ਨਹੀਂ ਹੋਣ ਲੱਗੇ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਵਿੱਚ ਜਿਹੜੇ ਸੰਚਿਤ ਕਰਮ ਪਏ ਆ ਮਾੜੇ,
ਜਦੋਂ ਗੁਰੂ ਕਿਰਪਾ ਕਰਦਾ, ਗਿਆਨ ਦਾ ਪ੍ਰਕਾਸ਼ ਕਰਦਾ, ਤਾਂ ਅੰਤਸ਼ਕਰਨ ਦਾ ਵਾਸ ਕਰ ਦਿੰਦਾ। ਉਹ ਕਰਮਾਂ ਦਾ ਵੀ ਨਾਲ ਹੀ ਨਾਸ਼ ਹੋ ਜਾਂਦਾ ਹੈ। ਫਿਰ ਉਹ ਕੀਤੇ ਕਰਮ ਫਲ ਨਹੀਂ ਦੇ ਸਕਦੇ। ਮਹਾਰਾਜ ਕਹਿੰਦੇ, ਭਾਈ ਵਰਨਾ ਇਹ ਜਾਣ ਲੋ ਕਿ ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਇਹ ਕਾਤਕ ਮਹੀਨੇ ਦੇ ਰੂਪ ਵਿੱਚ ਉਪਦੇਸ਼ ਦਿੱਤਾ ਕਿ ਤੇਰਾ ਜਿਹੜਾ ਮਨੁੱਖ ਜਨਮ ਰੂਪੀ ਕਾਤਕ, ਇਹਦੇ ਵਿੱਚ ਜਿਹੜੇ ਵੀ ਤੈਂ ਕਰਮ ਕਮਾਏ ਨੇ ਉਹਦਾ ਤੈਨੂੰ ਫਲ ਮਿਲਿਆ। ਇਸ ਕਰਕੇ ਕਿਸੇ ਹੋਰ ਨੂੰ ਦੋਸ਼ ਨਾ ਦੇਈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੋ ਗਿਆ, ਵਾਹਿਗੁਰੂ ਨੂੰ ਭੁੱਲ ਗਿਆ, ਤਾਂ ਉਹਨੂੰ ਭੁੱਲਣਾ ਹੀ ਸਾਰੇ ਰੋਗ ਚੁੰਬੜ ਗਿਆ। ਕਿ ਮਹਾਰਾਜ ਦੇ ਬਚਨ ਹੈ ਨਾ ਬਾਣੀ ਵਿੱਚ ਹੋਰ ਵੀ, ਬੇਪਤ ਤਹਾਂ ਜਹਾਂ ਹਰ ਸਿਮਰਨ ਨਾਹੀ। ਉੱਥੇ ਬਿਪਤਾ ਹੀ ਬਿਪਤਾ ਹੈ ਜਿੱਥੇ ਪਰਮੇਸ਼ਰ ਦਾ ਸਿਮਰਨ ਨਹੀਂ। ਕੋਟ ਆਨੰਦ ਜਹ ਹਰ ਗੁਣ ਗਾਹੀ। ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ, ਉਹ ਚਾਹੇ ਆਰੇ ਨਾਲ ਵੀ ਚੀਰੇ ਗਏ, ਉਹ ਤਾਂ ਵੀ ਹੱਸੀ ਗਏ ਬੰਦ ਬੰਦ। ਤੇ ਅਸੀਂ ਗੁਰਮੁਖੋ ਹਰ ਸਮੇਂ ਹਾਏ ਹਾਏ ਕਰਦੇ ਹਾਂ, ਕਿਉਂਕਿ ਸਿਮਰਨ ਨਹੀਂ ਹੈ ਪੱਲੇ। ਪਰਮੇਸ਼ਰ ਤੋਂ ਭੁੱਲੇ ਇਸ ਕਰਕੇ ਸਾਰੇ ਰੋਗ ਚੰਬੜੇ ਨੇ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਹੜੇ ਹੁਣ ਭਾਈ ਰਮੇ ਵਾਹਿਗੁਰੂ ਤੋਂ, ਪਰਮੇਸ਼ਰ ਤੋਂ ਬੇਮੁਖ ਹੋ ਗਏ ਐ, ਉਹਨਾਂ ਨੂੰ ਤਾਂ ਜਨਮਾਂ ਜਨਮਾਂ ਦੇ ਵਿਛੋੜੇ ਵਿਜੋਗ ਲੱਗ ਜਾਂਦੇ ਐ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਤੇ ਆ ਮਾਇਆ ਦੇ ਭੋਗ ਪਦਾਰਥਾਂ 'ਚ ਗਲਤਾਨ ਹੈ, ਰੱਬ ਚੇਤੇ ਨਹੀਂ ਹੈ। ਕਹਿੰਦਾ ਆ ਜਗ ਮਿੱਠਾ ਗਲਾ ਕਿਨ ਡਿਠਾ। ਫਿਰ ਮਹਾਰਾਜ ਕਹਿੰਦੇ, ਭਾਈ ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਕੌੜਾ ਹੋਏ ਪਤ ਸੱਟਿਆ ਪਿਆਰੇ, ਤਿਸ ਤੇ ਉਪਜਿਆ ਰੋਗ। ਬਾਬਾ ਫਰੀਦ ਜੀ ਨੇ ਬਚਨ ਕਹਿਣਾ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਸਾਈਂ ਬਾਝੋ ਆਪਣੇ ਵੇਦਨ ਕਹੀਐ ਕਿਸ। ਫਿਰ ਤਾਂ ਸ਼ੱਕਰ ਵੀ ਵਿਉ ਬਣਦੀ ਹੈ। ਜਿੰਨੇ ਵੀ ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਉਹ ਖਿਨ ਵਿੱਚ ਹੀ ਜਿੰਨੇ ਮਾਇਆ ਦੇ ਰਸ ਰੰਗ ਨੇ ਨਾ, ਕੌੜੇ ਹੋ ਜਾਂਦੇ ਆ, ਦੁੱਖਦਾਈ ਹੋ ਜਾਂਦੇ ਹਨ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਫਿਰ ਜਦੋਂ ਇਹੋ ਜਿਹੀ ਹਾਲਤ ਹੋਵੇ, ਉਦੋਂ ਕੋਈ ਸੰਸਾਰੀ ਬੰਦਾ ਵਿਚੋਲਗੀ ਵੀ ਨਹੀਂ ਕਰ ਸਕਦਾ। ਕਿਹਦੇ ਕੋਲੇ ਕੁਰਲਾਵੇਂਗਾ, ਰੋਵੇਂਗਾ। ਜਦੋਂ ਫਿਰ ਪਰਮੇਸ਼ਰ ਦੀ ਦਰਗਾਹ ਚਲਿਆ ਗਿਆ, ਉੱਥੇ ਕੌਣ ਆ? ਹੁਣ ਇੱਥੇ ਹੀ ਵਿਚੋਲਾ ਬਣਾ ਲਾ ਗੁਰੂ ਨੂੰ। ਤਾਂ ਕਰਕੇ ਗੁਰੂ ਧਾਰਨ ਕਰ ਲਾ। ਫੇਰ ਗੁਰੂ ਕਿਰਪਾ ਕਰੂ। ਜਦੋਂ ਮੌਤ ਹੋ ਗਈ ਅੱਗੇ ਪ੍ਰਲੋਕ 'ਚ, ਫਿਰ ਨਹੀਂ ਉੱਥੇ ਕੋਈ ਕੁਛ ਕਰ ਸਕਦਾ। ਵਿਚੋਲਗੀ ਕਰਨ ਵਾਲਾ ਤਾਂ ਗੁਰੂ ਹੀ ਹੈ ਨਾ। ਤੇ ਗੁਰੂ ਦੇ ਲੜ ਲੱਗਿਆ ਨਹੀਂ। ਕੀਤਾ ਕਿਛੂ ਨਾ ਹੋਵੇ, ਲਿਖਿਆ ਧੁਰ ਸੰਜੋਗ। ਫਿਰ ਭਾਈ ਚੰਗਾ ਮੰਦਾ ਹੈ, ਦੁੱਖ ਹੈ, ਸੁੱਖ ਹੈ, ਸੰਜੋਗ ਹੈ, ਵਿਜੋਗ ਹੈ, ਕਰਮ ਫਲ ਲਿਖਿਆ, ਭੋਗਣਾ ਪੈਣਾ ਹੈ। ਆਪਣਾ ਕੀਤਾ ਹੋਇਆ ਦੇ ਵਿੱਚ ਕੁਝ ਹੋ ਨਹੀਂ ਸਕਦਾ ਹੈ। ਇੱਥੇ ਤੱਕ ਤਾਂ ਕੀਤੀ ਗੱਲ ਬਈ, ਜਿਹੜੇ ਤੂੰ ਇਹੋ ਜਿਹੇ ਕਰਮ ਕਰਦਾ, ਜੇ ਚੰਗੇ ਕਰਮ ਕਰੇਗਾ, ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਵੱਡੇ ਭਾਗਾਂ ਨਾਲ ਗੁਰੂ ਦੀ ਕਿਰਪਾ ਹੋ ਜੇ, ਪਰਮੇਸ਼ਰ ਮਿਲ ਜਾਵੇ, ਤਾਂ ਜਿੰਨਾ ਵਿਛੋੜਾ ਸੀ, ਜਿਹੜਾ ਜਨਮਾਂ ਜਨਮਾਂ ਤੋਂ ਪਿਆ ਹੋਇਆ 84 ਦੇ ਚੱਕਰ 'ਚ ਫਿਰਦਾ ਸੀ, ਉਹ ਸਾਰਾ ਦੂਰ ਹੋ ਗਿਆ। ਕਿਰਪਾ ਹੋ ਗਈ। ਹੋਈ ਕਿਵੇਂ? ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਕਰੋੜਾਂ ਅਪਰਾਧ ਗੁਰੂ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਜਪਾ ਕੇ ਮੇਟ ਦਿੰਦਾ ਹੈ। ਇਹ ਮਹਾਰਾਜ ਨੇ ਬਚਨ ਕਹੇ, ਨਾਨਕ ਕਉ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ। ਬੇਨਤੀ ਕਰਨ ਦੀ ਜਾਂਚ ਦਸੀ, ਅਰਦਾਸ ਕਰੋ ਕਿ ਇਹ ਬੰਦੀ ਛੋੜ ਮਾਲਕ, ਕਿਰਪਾ ਕਰ ਮੈਨੂੰ ਰੱਖ ਲੈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਹ, ਚਿਰ ਭਇਓ ਦਰਸ਼ਨ ਦੇਖੇ। ਤਾਂ ਮਾਲਕ ਕਿਰਪਾ ਕਰ ਦਿੰਦਾ, ਫਿਰ ਬੰਧਨ ਕੱਟ ਦਿੰਦਾ। ਕਤਿਕ ਹੋਵੈ ਸਾਧ ਸੰਗ ਬਿਨਸੈ, ਸਭੇ ਸੋਚ। ਇਹ ਹੋ ਕਿਵੇਂ ਭਾਈ? ਇਹ ਜਿਹੜਾ ਕਤਕ ਮਹੀਨਾ ਭਾਵ ਇਹ ਮਨੁੱਖਾ ਜਨਮ ਹੈ, ਇਹਦੇ ਵਿੱਚ ਸਾਨੂੰ ਸਾਧੂ ਦੀ ਸੰਗਤ ਮਿਲ ਜੇ, ਗੁਰਮੁਖਾਂ ਦੀ
ਗੁਰੂ ਮਹਾਰਾਜ ਦੀ, ਗੁਰੂ ਕੇ ਪਿਆਰਿਆਂ ਦੀ ਸੰਗਤ ਮਿਲ ਜੇ ਨਾ, ਤਾਂ ਸਾਰੀਆਂ ਚਿੰਤਾ, ਫਿਕਰ, ਦੁੱਖ ਸਾਰਾ ਕੁਝ ਨਾਸ਼ ਹੋ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰ ਸਿਉ ਰੰਗ। ਤੋ ਮਹਾਰਾਜ ਦੀ ਸਤਸੰਗ ਕਰਨੀ ਚਾਹੀਦੀ ਹੈ, ਗੁਰੂ ਮਹਾਰਾਜ ਦੇ ਦਰ ਘਰ ਨਾਲ ਜੁੜਨਾ ਚਾਹੀਦਾ ਹੈ। ਆਪਾਂ ਸੰਖੇਪ ਵਿਚਾਰ ਕੀਤੀ ਹੈ ਜੋ ਇਹ ਮਹਾਰਾਜ ਨੇ ਆਪਾਂ ਨੂੰ ਗੁਰਮੁਖੋ ਉਪਦੇਸ਼ ਬਖਸ਼ਿਸ਼ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਇੱਥੇ ਸਮਾਪਤੀ, ਬਾਕੀ ਵਿਚਾਰ ਆਪਾਂ ਨਾਲ ਬਾਅਦ ਚ ਕਰਦੇ ਹਾਂ। ਇਸ ਪ੍ਰਥਾएं ਭੁੱਲ ਚੁੱਕ ਦੀ ਖਿਮਾ, ਇੱਕ ਵਾਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।